पंजाब ਅਤੇ ਹਰਿਆਣਾ ਦੇ ਸ਼ੰਭੂ ਬਾਰਡਰ ਤੇ ਜਿਹੜਾ ਲੱਖਾ ਸਿਧਾਣਾ, ਦੀਪ ਸਿੱਧੂ ਅਤੇ ਹੋਰ ਸਮਾਜ ਸੇਵੀਆਂ ਦੇ ਵੱਲੋਂ ਬਾਰਡਰ ਸੀਲ ਕਰਨ ਦਾ ਐਲਾਨ ਕੀਤਾ ਗਿਆ ਸੀ, ਉਸ ਨੂੰ ਲੈ ਕੇ ਹੁਣ ਰਣਨੀਤੀ ਬਦਲੀ ਦਿਖਾਈ ਦਿੰਦੀ ਹੈ ਤੇ ਹਰਿਆਣਾ ਵੱਲ ਨੂੰ ਮਾਰਚ ਇਹਨਾਂ ਨੌਜਵਾਨਾਂ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ। ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੀ ਅਗਵਾਈ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਬਾਰਡਰ ਤੇ ਨਹੀਂ ਹੈ ਜੀ, ਉਹ ਇੱਕ ਤੁਹਾਨੂੰ ਜਾਂ ਕਿਸਾਨਾਂ ਨੂੰ ਕਨਫਿਊਜ਼ ਕਰਨ ਦੀ ਇੱਕ ਕਨਸਪੀਰੇਸੀ ਥਿਊਰੀ ਆ। ਨਾ ਤਾਂ MSP ਰਹਿਣੀ ਆ, ਨਾ APMCs ਰਹਿਣੀਆਂ। ਔਰ ਇਸ ਦਾ ਸਭ ਤੋਂ ਵੱਡੀ ਫੰਡਾਮੈਂਟਲ ਜਿਹੜੀ ਪ੍ਰੋਬਲਮ ਆ ਆਰਡੀਨੈਂਸ 'ਚ, ਇਹਦੇ 'ਚ ਮਾਰਕੀਟ ਦੀ ਡੈਫੀਨੇਸ਼ਨ ਹੀ ਨਹੀਂ ਆ। ਜਦੋਂ ਤੁਸੀਂ ਮਾਰਕੀਟ ਦੀ ਪਰਿਭਾਸ਼ਾ ਹੀ ਨਹੀਂ ਆ ਤਾਂ ਤੁਸੀਂ ਕਹਿ ਰਹੇ ਹੋ ਵੀ ਸਾਰਾ ਦੇਸ਼ ਮਾਰਕੀਟ ਆ, ਤਾਂ ਤੁਹਾਡੇ ਕੋਲੇ ਫਿਰ MSP ਕਿੱਥੋਂ ਰਹੀ? ਔਰ ਜਦੋਂ ਪ੍ਰਾਈਵੇਟ ਪਲੇਅਰ ਆ ਗਏ, APMC ਨੇ ਤਾਂ ਆਪੇ ਖਤਮ ਹੋ ਜਾਣਾ ਮਾਰਕੀਟ ਸਪੇਸ ਨੇ। ਰਣਨੀਤੀ ਅਸੀਂ ਕੰਟੀਨਿਊ ਆ ਜੀ, ਜਦੋਂ ਤੱਕ ਸਰਕਾਰ ਨਹੀਂ ਸੁਣੂਗੀ ਅਸੀਂ ਸਿਆਸਤ ਨਾਲ ਜੋੜ ਕੇ ਵੇਖਿਆ ਜਾ ਰਿਹਾ। ਇੱਥੇ ਸਿਆਸਤ ਨਾਲ ਜੋੜ ਕੇ ਵੇਖਿਆ ਜਾ ਰਿਹਾ। ਇੱਥੇ ਬਹਿ ਜਾਓ ਬਾਈ, ਬਹਿ ਜਾਓ ਇੱਥੇ। ਦੀਪ ਸਿੱਧੂ ਨਾਲ ਨੇ ਗੱਲਬਾਤ ਕਰਨੀ। ਸਿੱਧੂ ਸਾਹਿਬ ਸਿਆਸਤ ਹੋ ਰਹੀ ਹੈ ਵੱਖ-ਵੱਖ ਜਥੇਬੰਦੀਆਂ ਸਿਆਸਤ ਕਰ ਰਹੀ ਹੈ। ਸਿਆਸਤ ਨੂੰ ਕਿਵੇਂ ਦੇਖਦੇ ਹੋ? ਜੋ ਸਿਆਸਤ ਹੋ ਰਹੀ ਹੈ ਅਕਾਲੀ ਦਲ ਦੀ, ਕਾਂਗਰਸ ਦੀ, ਕਿਵੇਂ ਦੇਖਦੇ ਹੋ? ਕਿਸ ਦਾ ਅਹਿਮ ਰੋਲ ਹੈ ਇਸ ਦੇ ਅੰਦਰ? ਕਿਹਨੂੰ ਲੱਗਦਾ ਕਿ ਕਿਹੜੀ ਪਾਰਟੀ ਕਿਸਾਨ ਹਮਾਇਤੀ ਹੈ? ਭਾਈ ਆਏ ਆ, ਕਿਸਾਨ ਹੀ ਕਿਸਾਨ ਹਮਾਇਤੀ ਆ, ਕੋਈ ਪਾਰਟੀ ਕਿਸਾਨ ਹਮਾਇਤੀ ਨਹੀਂ ਦਿਖ ਰਹੀ। ਸੋ ਜਿਹੜੇ ਬੰਦੇ ਸਿਆਸਤ ਕਰ ਰਹੇ ਆ, ਰਾਜਨੀਤਿਕਰਨ ਕਰ ਰਹੇ ਆ, ਉਹਨਾਂ ਨੂੰ ਸਾਡੀ ਅਰਦਾਸ ਆ ਇਸ ਮੂਵਮੈਂਟ ਦਾ ਰਾਜਨੀਤਿਕਰਨ ਨਾ ਕਰੋ, ਕਿਉਂਕਿ ਇੱਕ ਰੈਵੋਲੂਸ਼ਨ ਆ ਸਕਦਾ, ਸਰਕਾਰਾਂ ਝੁਕ ਸਕਦੀਆਂ ਜੇ ਤੁਸੀਂ ਵੀ ਨਾਲ ਲਾਮਬੰਦ ਹੋ ਜਾਓ, ਜੁੜ ਜਾਓ, ਆਪਦੇ ਨਿੱਜੀ ਹਿੱਤ ਜਾਂ ਵੋਟਾਂ ਦੀ ਗਿਣਤੀ ਨੂੰ ਦੇਖਣਾ ਬੰਦ ਕਰ ਦਿਓ। ਸਾਡੀ ਅਰਦਾਸ ਆ ਉਹਨਾਂ ਨੂੰ, ਅਸੀਂ ਉਹਨਾਂ ਨੂੰ ਕਹਿੰਦੇ ਆ ਆਓ ਜੁੜੋ। ਆ ਦੇਖੋ ਨੌਜਵਾਨ ਰਾਤ 12-1 ਵਜੇ ਦੇ ਆਏ ਹੋਏ ਆ, ਸਜਦਾ ਕਰਦੇ ਆ ਇਹਨਾਂ ਨੂੰ। ਅਸੀਂ ਕਿਹੜਾ ਟਰਾਲੀਆਂ ਤੇ ਟਰੱਕਾਂ ਤੇ ਭਰ ਕੇ ਲੈ ਕੇ ਆਏ ਆ, ਅਸੀਂ ਕਿਹੜਾ ਇਹਨਾਂ ਨੂੰ ਪੇਡ ਲੈ ਕੇ ਆਏ ਆ, ਸਾਡੇ ਕੋਲ ਕੀ ਆ ਇਹਨਾਂ ਨੂੰ ਦੇਣ ਨੂੰ। ਪਰ ਗੱਲ ਆਏ ਆ ਵੀ ਜਦੋਂ ਤੱਕ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਵੀ ਸਰਕਾਰ ਕਿਵੇਂ ਕੰਮ ਕਰਦੀ ਹੈ ਜਾਂ ਪੰਜਾਬੀਆਂ ਦੀ ਹੋਂਦ ਨੂੰ ਕਿਉਂ ਖਤਰਾ, ਲੋਕਾਂ ਨੂੰ ਇਹ ਗੱਲ ਸਮਝ ਆ ਚੁੱਕੀ ਆ। ਇਸ ਕਰਕੇ ਅੱਜ ਜਿਹੜਾ ਨੌਜਵਾਨ ਆ, ਕਿਉਂਕਿ ਇਹਨਾਂ ਨੂੰ ਵੰਗਾਰਨ ਦੀ ਜ਼ਰੂਰਤ ਸੀ। ਆ ਜਵਾਨੀ ਦੇਖੋ ਬਾਈ, ਇਹ ਆ ਹਿੰਮਤ ਸਾਡੇ 'ਚ, ਇਹ ਚਿਣਗਾ ਸਾਡੇ 'ਚ। ਅਸੀਂ ਸਰਕਾਰਾਂ ਨੂੰ ਮਜਬੂਰ ਕਰ ਸਕਦੇ ਹਾਂ, ਪਰ ਲਾਮਬੰਦ ਹੋਣਾ ਪਊਗਾ, ਇੱਕ ਹੋਣਾ ਪਊਗਾ। ਇਸ ਕਰਕੇ ਆਪਸੀ ਰੰਜਿਸ਼ਾਂ, ਜੇ ਕੋਈ ਆਪਸੀ ਸਾਡੇ 'ਚ ਇਹ ਆ ਵੀ ਸ਼ਰੀਕਾ ਕਬੀਲਾ, ਉਹਨੂੰ ਭੁੱਲ ਕੇ ਤੇ ਇੱਕ ਤਰੀਕੇ ਸਲੀਕੇ ਨਾਲ ਬਹੁਤ ਹੀ ਇੱਕ ਡੈਮੋਕ੍ਰੇਟਿਕ ਵੇ ਦੇ ਨਾਲ, ਹਾਲਾਂਕਿ ਡੈਮੋਕ੍ਰੇਸੀ ਦਾ ਮੀਨਿੰਗ ਸਰਕਾਰ ਨਹੀਂ ਸਮਝਦੀ, ਉਹ ਫੈਡਰਲਿਜ਼ਮ ਦਾ ਮੀਨਿੰਗ ਵੀ ਨਹੀਂ ਸਮਝਦੀ, ਉਹ ਸੈਕੂਲਰਿਜ਼ਮ ਦਾ ਮੀਨਿੰਗ ਵੀ ਨਹੀਂ ਸਮਝਦੀ। ਇਹ ਮਤਲਬ ਹੀ ਰਹਿ ਗਏ ਆ ਸਿਰਫ ਉਹਨਾਂ ਲਈ। ਪਰ ਅਸੀਂ ਸਮਝਦੇ ਹਾਂ, ਅਸੀਂ ਇਹ ਵੀ ਸਮਝਦੇ ਹਾਂ ਵੀ ਜੇ ਤੁਸੀਂ ਇੱਕ ਸਟੇਟ ਸਬਜੈਕਟ ਜਿਹੜਾ ਐਗਰੀਕਲਚਰ ਆ, ਉਹਨੂੰ ਸੈਂਟਰ ਦੇ ਹੱਲ ਕਰ ਰਿਹਾ, ਸੈਂਟਰ ਉਹਦੇ ਤੇ ਨੀਤੀਆਂ ਬਣਾ ਰਿਹਾ, ਤਾਂ ਇਹ ਫੈਡਰਲਿਜ਼ਮ ਦੇ ਬੇਸਿਕ ਪ੍ਰਿੰਸੀਪਲ ਦੇ ਅਗੇਂਸਟ ਆ। ਜਿਹੜਾ ਵਿਤਕਰਾ ਹੈ, ਤੁਸੀਂ ਦਿੱਲੀ ਜਾਓਗੇ, ਤੁਹਾਡਾ ਅੱਜ ਦਾ ਪਲਾਨ ਕੀ ਹੈ ਕਿ ਦਿੱਲੀ ਪਹਿਲਾਂ ਅਸੀਂ ਦਿੱਲੀ ਵਾਲਿਆਂ ਨੂੰ ਵੜਨ ਨਹੀਂ ਦੇਣਾ। ਅਸੀਂ ਪੰਜਾਬ ਕਰਤਾ ਜਾਮ, ਇੱਥੋਂ ਪੰਜਾਬ ਕਰਤਾ ਬੰਦ, ਨੈਸ਼ਨਲ ਹਾਈਵੇ ਆ ਅੱਜ ਤੱਕ ਬੰਦ ਨਹੀਂ ਹੋਇਆ। ਅਸੀਂ ਲੈ ਲਿਆ ਹੁਣ ਸਿੱਧਾ ਪੰਗਾ। ਹੁਣ ਜੇ ਗੱਲ ਕਰਨੀ ਆ ਤਾਂ ਇੱਥੇ ਆਓ। ਅਕਾਲੀ ਦਲ ਵੀ ਅਕਾਲੀ ਦਲ ਨੇ ਵੀ ਕਿਹਾ ਚੱਕਾ ਜਾਮ ਕਰੂੰਗੇ। ਉਹ ਚੱਕਾ ਜਾਮ ਜੇ ਤੁਸੀਂ ਬਠਿੰਡੇ, ਫਰੀਦਕੋਟ, ਪਟਿਆਲੇ ਬਹਿ ਕੇ ਕਰੋਗੇ ਕੀ ਫਾਇਦਾ? ਗੱਲ ਤਾਂ ਅਸਲ ਇਹ ਆ। ਹੱਲ ਕੀ ਹੈ ਤੁਹਾਡੇ ਅਕੋਰਡਿੰਗ? ਕਿਆ ਹੱਲ ਹੈ ਕਿ ਇਸ ਤੋਂ ਬਾਅਦ ਬੰਦ ਕਰਨਾ ਹੀ ਹੱਲ ਹੈ? ਹੱਲ ਤਾਂ ਸੰਵਾਦ ਚੋਂ ਹੀ ਨਿਕਲਣਾ। ਤੁਸੀਂ ਉਹਨਾਂ ਲਈ ਕੋਈ ਪੋਲੀਟੀਕਲ ਮਜਬੂਰੀ ਖੜੀ ਕਰੋ ਤਾਂ ਕਿ ਤੁਹਾਡੇ ਨਾਲ ਉਹ ਆ ਕੇ ਗੱਲ ਕਰਨ, ਕਿਸਾਨਾਂ ਨਾਲ ਆ ਕੇ ਗੱਲ ਕਰਨ, ਕਿਸਾਨਾਂ ਦੀ ਗੱਲ ਸੁਣਨ। ਤੁਸੀਂ ਪਾਰਲੀਮੈਂਟ 'ਚ ਬੈਠ ਕੇ ਕਾਨੂੰਨ ਘੜੀ ਜਾਂਦੇ ਹੋ, ਕਿਸਾਨਾਂ ਦੀ ਗੱਲ ਨਹੀਂ ਸੁਣਦੇ। ਸੋ ਇਹ ਸਾਰਿਆਂ ਨਾਲ ਹੀ ਹੁੰਦਾ, ਹਰ ਮਸਲੇ ਤੇ ਹੁੰਦਾ। ਤੁਸੀਂ ਦੇਖ ਲਓ ਐਸੈਂਸ਼ੀਅਲ ਕਮੋਡਿਟੀ ਐਕਟ 'ਚ ਵਪਾਰੀਆਂ ਨੂੰ ਭੰਡਾਰੀ ਕਰਨ ਦੀ ਆਗਿਆ ਦਿੱਤੀ। ਇਹ ਤਾਂ ਯਾਰ ਅੱਜ ਕਿਸਾਨ ਥੋੜੀ ਸਟੋਰ ਕਰ ਸਕਦਾ, ਕਿਸਾਨ ਕੋਲੇ ਇੰਨੀ ਹਿੰਮਤ ਨਹੀਂ ਹੁੰਦੀ। ਉਹਨੇ ਤਾਂ ਫਸਲ ਜਿਉਂ ਉਹਨੂੰ ਕਣਕ ਜਾਂ ਝੋਨਾ ਖੇਤ 'ਚੋਂ ਚੱਕੀ ਤੇ ਨਾਲ ਦੀ ਨਾਲ ਉਹਨੇ ਵੇਚ ਕੇ ਪੈਸੇ ਚਾਹੀਦੇ ਆ, ਉਹਦੇ ਤਾਂ ਖਰਚੇ ਖੜੇ ਆ, ਕੁਛ ਕਰਜ਼ਾ ਦੇਣਾ, ਕੁਛ ਊਂ ਖਰਚੇ ਖੜੇ ਆ। ਤਾਂ ਸਾਡੇ ਕੋਲੇ ਤਾਂ ਜ਼ਰੂਰਤਾਂ ਹੀ ਸਾਨੂੰ ਮਾਰੀ ਰੱਖਦੀਆਂ। ਹੁਣ ਭੰਡਾਰੀਕਰਨ ਤਾਂ ਜਿਹੜਾ ਕਰ ਸਕਦਾ ਉਹ ਕਾਰਪੋਰੇਟ ਕਰ ਸਕਦਾ। ਸੋ ਇੱਕ ਸਰਕਾਰ ਦੀ ਕਨਸਪੀਰੇਸੀ ਥਿਊਰੀ ਸਮਝਣ ਦੀ ਬਹੁਤ ਜ਼ਰੂਰਤ ਆ ਦੈਟ ਐਵਰੀ ਪਾਲਿਸੀ, ਸਪੈਸ਼ਲੀ ਇਨ ਇੰਡੀਅਨ ਡੈਮੋਕ੍ਰੇਸੀ ਟੁਡੇ, you know, it's world over, but in Indian democracy every policy is made for corporate objective. So this is a conspiracy theory. ਇਹਦੇ ਪਿੱਛੇ ਸਾਨੂੰ ਦੇਖਣਾ ਪਊਗਾ। ਹੁਣ ਸਰਕਾਰ ਸਮਝਦੀ ਸੀ ਕੀ ਕਰਦੀ ਹੈ ਸਰਕਾਰ, ਉਹਨਾਂ ਨੇ ਆਪਦੇ ਆਪ ਨੂੰ ਪ੍ਰੋ ਫਾਰਮਰਸ ਦਿਖਾਉਣਾ ਹੁੰਦਾ।
ਹਨਾ। ਉਹ ਕਹਿੰਦੇ ਦੇਖੋ MSP ਵੀ ਹੈਗੀ, ਦੇਖੋ APMCs ਵੀ ਹੈਗੀਆਂ, ਤੁਸੀਂ ਉੱਥੇ ਵੀ ਵੇਚ ਲਓ, ਉੱਥੇ ਵੀ ਵੇਚ ਲਓ। ਪਰ ਸਾਨੂੰ ਪਤਾ ਜਿਹੜੇ ਪੂੰਜੀਵਾਦ ਆ ਜਾਂ ਮਾਰਕੀਟਿੰਗ ਸਟ੍ਰੈਟਜੀ ਉਹਨਾਂ ਦੀ ਕੀ ਆ, ਉਹਨਾਂ ਦਾ ਕੰਮ ਕਰਨ ਦਾ ਢੰਗ ਕੀ ਆ, ਉਹਨਾਂ ਨੇ ਲਿਓਰ ਜਾਂ ਕਿਸਾਨ ਨੂੰ ਆਪਦੇ ਵੱਲ ਕਿਵੇਂ ਖਿੱਚਣਾ। ਉਹ ਕਹਿਣਗੇ ਤੁਹਾਨੂੰ ਜ਼ਮੀਨ ਤੁਹਾਡੇ ਖੇਤ 'ਚੋਂ ਹੀ ਚੱਕਦੇ ਆ, ਤੁਹਾਨੂੰ ਮੁੜ ਕੇ ਨਾ ਆੜਤੀ ਨੂੰ ਕਮਿਸ਼ਨ ਦੇਣ ਦੀ ਜ਼ਰੂਰਤ ਆ, ਮੇਰੇ ਨਾਲ ਕਰੋ 3 ਸਾਲਾਂ ਦਾ ਕੰਟਰੈਕਟ। ਲੈ 3 ਸਾਲ ਤਾਂ ਫਸ ਗਿਆ ਕਿਸਾਨ, 5 ਸਾਲ ਫਸ ਗਿਆ ਕੋਈ। ਉਦੋਂ ਬਾਅਦ ਅਗਲੇ ਕਹਿਣਗੇ ਵੀ ਜੀ ਅਸੀਂ ਤਾਂ ਇੰਨੀ ਫਸਲ, ਉਹਨਾਂ ਨੇ ਫਸਲਾਂ ਦੇ ਮੁੱਲ ਵੀ ਮਾਰਕੀਟ ਜਿਹੜਾ ਕਮੋਡਿਟੀ ਮਾਰਕੀਟ ਆ ਉੱਥੇ ਕੰਟਰੋਲ ਕਰਨੇ ਆ, ਕਿਉਂਕਿ ਉੱਥੇ ਗੱਲ ਇਹ ਆ ਵੀ ਉੱਥੇ ਸਪੈਕੂਲੇਸ਼ਨ ਕਰਨੀ ਆ ਉਹਨਾਂ ਨੇ, ਫਸਲਾਂ ਦੇ ਮੁੱਲ ਵੀ ਕੰਟਰੋਲ ਕਰਨਗੇ। ਤਾਂ ਪੂੰਜੀਵਾਦ ਨੇ ਮੁਨਾਫਾ ਦੇਖਣਾ। ਪਰ ਉਹ ਕਹਿ ਰਹੇ ਆ ਬਾਰ-ਬਾਰ ਕਿ ਬਸ ਉਹ ਭਰੋਸਾ ਅਸੀਂ ਕਿਸਾਨਾਂ ਨੂੰ ਦੇ ਰਹੇ ਹਾਂ, ਐਵੇਂ ਨਹੀਂ ਹੋਏਗਾ, MSP ਜਿਹੜੀ ਉਹ ਨਹੀਂ ਖਤਮ ਕੀਤੀ ਜਾਏਗੀ। ਕੇਂਦਰੀ ਮੰਤਰੀ ਦਾ ਵੀ ਬਿਆਨ ਹੈ, ਹੁਣ ਕੇਵਲ ਤੇ ਕੇਵਲ ਸਿਗਨੇਚਰ ਹੋਣੇ ਰਹਿੰਦੇ ਆ। ਜੀ ਮੈਂ ਇੱਕ ਗੱਲ ਤੁਹਾਨੂੰ ਦੱਸਦਾ, MSP ਆਪੇ ਹੀ ਖਤਮ ਹੋ ਗਈ, ਜਾਂ ਤਾਂ ਫਿਰ ਕਾਨੂੰਨ ਬਣਾ ਦਿਓ ਨਾ ਵੀ ਜੇ ਕਾਰਪੋਰੇਟ ਜਿਹੜਾ MSP ਤੋਂ ਘੱਟ ਮੁੱਲ ਤੇ ਲਊਗਾ ਉਹ ਕ੍ਰਾਈਮ ਬਣਾ ਦਿਓ। ਫਿਰ ਜੇ ਸਾਨੂੰ ਭਰੋਸਾ ਦੇਣਾ ਤਾਂ ਅਸਲ ਭਰੋਸਾ ਦਿਓ, ਤੁਸੀਂ ਕਾਨੂੰਨ ਬਣਾ ਨਹੀਂ ਰਹੇ। ਠੀਕ ਆ, ਹੁਣ ਕਾਰਪੋਰੇਟ ਤੁਹਾਨੂੰ ਕਿਵੇਂ ਬਰਬਾਦ ਕਰਦਾ, ਉਹਨੇ ਤੁਹਾਨੂੰ 100 ਰੁਪਿਆ ਹੋ ਸਕਦਾ ਫॉर ਟਾਈਮ ਬਿੰਗ ਵੱਧ ਵੀ ਦੇ ਦੇਣਾ MSP ਤੋਂ, ਪਰ ਉਹਨੇ ਤੁਹਾਨੂੰ ਉਸ ਤੋਂ ਬਾਅਦ ਈਜ਼ੀ ਕ੍ਰੈਡਿਟ ਵੀ ਦੇਣਾ ਸ਼ੁਰੂ ਕਰ ਦੇਣਾ। ਕਿਸਾਨਾਂ ਨੂੰ ਤਾਂ ਪੈਸੇ ਚਾਹੀਦੇ, ਆੜ੍ਹਤੀਆ ਦਿੰਦਾ ਪਹਿਲਾਂ, ਹੁਣ ਕਾਰਪੋਰੇਟ ਸੈਕਟਰ ਦੇਊਗਾ। ਉਹ ਕਹਿਣਗੇ ਚੱਕੋ ਟਰੈਕਟਰਾਂ ਦੇ ਪੈਸੇ, ਚੱਕੋ ਤੁਸੀਂ ਆਪਦੇ ਵਿਆਹਾਂ ਤੇ ਪੈਸੇ ਜਿਹੜੇ ਲਾਣੇ ਆ ਉਹ ਪੈਸੇ। ਕਾਰਪੋਰੇਟ ਨੇ ਆਪਦੇ ਚੁੰਗਲ 'ਚ ਤੁਹਾਨੂੰ ਉਹਦੇ 'ਚ ਗਲਬਾ ਕਿਵੇਂ ਕ੍ਰੀਏਟ ਕਰਨਾ ਹੈ ਕਾਰਪੋਰੇਟ ਨੂੰ ਬਹੁਤ ਚੰਗੀ ਤਰ੍ਹਾਂ ਆਉਂਦਾ। ਅਸੀਂ ਹੈਲਥ 'ਚ ਦੇਖ ਲਿਆ, ਅਸੀਂ ਐਜੂਕੇਸ਼ਨ 'ਚ ਦੇਖ ਲਿਆ, ਉਹਨਾਂ ਨੇ ਆਪਦਾ ਗਲਬਾ ਕਿਵੇਂ ਕੀਤਾ, ਅਸੀਂ ਐਂਟਰਟੇਨਮੈਂਟ 'ਚ ਦੇਖ ਲਿਆ, ਅਸੀਂ ਇਨਫਰਾਸਟ੍ਰਕਚਰ 'ਚ ਦੇਖ ਲਿਆ। ਠੀਕ ਆ, ਹੁਣ ਤੁਸੀਂ ਇਹ ਦੇਖੋ ਵੀ ਕਿਸਾਨਾਂ ਕੋਲੇ ਉਨੀ ਅਵੇਅਰਨੈਸ ਨਹੀਂ ਆ। ਜਦੋਂ ਕਿਸਾਨਾਂ ਨੂੰ ਈਜ਼ੀ ਕ੍ਰੈਡਿਟ ਮਿਲਣ ਲੱਗ ਗਿਆ, ਕਿਸਾਨਾਂ ਨੂੰ ਕੰਟਰੈਕਟ 'ਚ ਉਹਨਾਂ ਨੇ ਉਲਝਾਉਣ ਲੱਗ ਗਏ, ਕਿਸਾਨਾਂ ਨੂੰ ਉਦੋਂ ਬਾਹਰ ਨਿਕਲ ਹੀ ਨਹੀਂ ਸਕਣਗੇ। ਹੁਣ ਆਪੇ ਹੀ APMCs ਜਿਹੜੀਆਂ ਮਾਰਕੀਟ ਪਲੇਸ ਆ ਉਹਨਾਂ ਨੂੰ ਉਹ ਖਤਮ ਹੋ ਗਈਆਂ, ਆਪੇ ਹੀ MSP ਖਤਮ ਹੋ ਗਈ। ਸਾਲ 1.5 ਸਾਲ ਨੂੰ ਇਹ ਵਰਤਾਰਾ ਵਾਪਣਾ, ਅੱਜ ਇਹ ਕਹਿ ਦੇਣਗੇ ਲੈ ਲਓ, ਸਾਲ ਬਾਅਦ ਕਿਸੇ ਨੇ ਨਹੀਂ ਜਾਣਾ ਫਸਲ ਸਿੱਟਣ ਉੱਥੇ ਮੰਡੀਆਂ 'ਚ, ਕਿਉਂਕਿ ਇਹ ਕਾਰਪੋਰੇਟ ਚੱਕਣਗੇ। ਹੌਲੀ ਹੌਲੀ ਤੁਹਾਡਾ ਢਾਂਚਾ ਇੰਨਾ ਹਿਲਾ ਦੇਣਗੇ ਵੀ ਤੁਹਾਨੂੰ ਤੁਹਾਡੀਆਂ ਜ਼ਮੀਨਾਂ ਤੋਂ ਵੀ ਵਾਂਝਾ ਕਰ ਦੇਣਗੇ, ਤੁਹਾਨੂੰ ਤੁਹਾਡੇ ਹੱਕਾਂ ਤੋਂ ਵਾਂਝਾ ਕਰ ਦੇਣਗੇ। ਤੇ ਜੇ ਪੰਜਾਬ ਦੇ ਕਿਸਾਨ ਨੂੰ ਜ਼ਮੀਨ ਤੋਂ ਖੋਰਤਾ, ਫਿਰ ਪੱਲੇ ਕੀ ਰਹਿ ਗਿਆ ਉਹਨਾਂ ਦੇ। ਸਿੱਧੂ ਸਾਹਿਬ, ਹਰ ਕੋਈ ਵਰਗ ਦਾ ਨਾਲ ਆ ਰਿਹਾ ਹੈ, ਕਿਆ ਇਹ ਐਜੀਟੇਸ਼ਨ ਕਿੱਥੇ ਤੱਕ ਜਾਏਗੀ? ਜੇ ਅੱਗੇ ਸਿਗਨੇਚਰ ਹੋ ਜਾਂਦੇ, ਬਿੱਲ ਤਾਂ ਬਣ ਗਿਆ, ਕਾਨੂੰਨ ਬਣ ਜਾਏਗਾ, ਉਸ ਤੋਂ ਬਾਅਦ 15 ਦਿਨ ਪਹਿਲਾਂ ਸੁਪਰੀਮ ਕੋਰਟ ਦਾ ਵਰਡਿਕਟ ਆਇਆ ਹੈ ਕਿ ਜੋ ਕੇਂਦਰ ਰੂਲ ਬਣਾ ਦੇਗੀ ਉਹ ਸਟੇਟ ਨਹੀਂ ਖਤਮ ਕਰ ਸਕਦੀ। ਤਾਂ ਲੜਾਈ ਕਿਵੇਂ, ਕੀ ਪ੍ਰੈਕਟੀਕਲੀ ਹੱਲ ਕੀ ਦੇਗੀ? ਦੇਖੋ ਪ੍ਰੈਕਟੀਕਲੀ ਹੱਲ ਇਹ ਆ, we have to challenge its constitutionality as well. Supreme Court probably has said that state cannot challenge it, but Constitution is very clear. Agriculture is a state subject. If it is a state subject, we'll go to Supreme Court. Let them constitute a constitutional bench. ਜਦੋਂ ਉਹ ਕਨਸਟੀਟਿਊਸ਼ਨਲ ਬੈਂਚ ਕਨਸਟੀਟਿਊਟ ਕਰਨਗੇ, ਉਦੋਂ ਅਸੀਂ ਆਪਦੇ ਇਹ ਫੈਡਰਲ ਸਟਰਕਚਰ ਦੀ ਕਿਵੇਂ ਇਹਨਾਂ ਨੇ ਉਹਦੇ ਬੇਸਿਕ ਪ੍ਰਿੰਸੀਪਲਸ ਦੇ ਅਗੇਂਸਟ ਆ, ਉਹਦੀਆਂ ਗੱਲਾਂ ਕਰਾਂਗੇ ਉੱਥੇ। ਅਗਲੀ ਗੱਲ ਆ, ਮੰਨ ਲਓ ਕਾਨੂੰਨ ਬਣ ਵੀ ਜਾਵੇ, ਫਿਰ ਵੀ ਕਿਵੇਂ ਲੜਨਾ, ਉਹ ਵੀ ਰਾਹ ਸਾਡੇ ਕੋਲੇ ਹੈਗਾ, ਪਰ ਸਾਨੂੰ ਲਾਮਬੰਦ ਹੋਣਾ ਪਊਗਾ। ਅੱਛਾ, ਆਪਦੇ ਆਪ ਨੂੰ ਪ੍ਰੋਟੈਕਟ ਕਿਵੇਂ ਕਰਨਾ? ਹੁਣ ਜਿਵੇਂ ਅਮੂਲ ਆ, ਬਹੁਤ ਪ੍ਰਾਈਮ ਐਗਜ਼ਾਮਪਲ ਆ, ਉੱਥੇ ਕਿਵੇਂ ਕਿਸਾਨਾਂ ਨੇ ਇੱਕ ਕਾਰਪੋਰੇਟ ਸੁਸਾਇਟੀ, ਹੈ ਨਾ, ਕੋਆਪਰੇਟ ਸੁਸਾਇਟੀ ਬਣਾ ਕੇ ਤੇ ਕਿਵੇਂ ਉਹਨੂੰ ਪ੍ਰੋਫਿਟ 'ਚ ਰੱਖਦੇ ਆ, ਉਹ ਕਿਉਂਕਿ ਕਿਸਾਨ ਕੰਟਰੋਲ ਕਰਦੇ ਆ। ਫਿਰ ਪੰਜਾਬ ਦੇ ਕਿਸਾਨਾਂ ਨੂੰ ਵੀ ਇਹ ਸਮਝਣਾ ਪਊਗਾ, ਅਮੂਲ ਮਾਡਲ ਆ ਨਾ ਜਿਹੜਾ, ਉਹ ਆ ਇੱਕ ਕੋਆਪਰੇਟਿਵ ਸੁਸਾਇਟੀਜ਼ ਬਣਾ ਕੇ, 4-5-6 ਕੋਆਪਰੇਟਿਵ ਸੁਸਾਇਟੀਜ਼ ਬਣਾ ਕੇ ਅਸੀਂ ਆਪਦੇ ਆਪ ਨੂੰ ਲਾਮਬੰਦ ਕਰਕੇ ਆਪਦੇ ਹੱਕਾਂ ਨੂੰ ਕਿਵੇਂ ਪ੍ਰੋਟੈਕਟ ਕਰਨਾ, ਉਹ ਕਰਾਂਗੇ ਸਭ ਕੁਝ। ਉਦੋਂ ਬਾਅਦ ਇਲਾਵਾ ਕਿ ਜਦ ਤੱਕ ਸੜਕਾਂ ਤੇ ਹੀ ਰਹੋਗੇ, ਜਦੋਂ ਤੱਕ ਦਿੱਲੀ ਗੱਲ ਨਹੀਂ ਕਰਦੀ, ਅਸੀਂ ਸੜਕਾਂ ਤੇ ਆ। ਦਿੱਲੀ ਕਿਹਦੇ ਨਾਲ ਚਾਹੁੰਦੇ ਹੋ ਤੁਸੀਂ ਗੱਲ ਕਰਨਾ? ਕਿਸਾਨ ਆਗੂਆਂ ਨਾਲ, ਕਿਸਾਨਾਂ ਨਾਲ ਕਰੇ, ਕਿਸਾਨ ਆਗੂਆਂ ਨਾਲ ਕਰੇ। ਅਸੀਂ ਤਾਂ ਕੇਂਦਰੀ ਮੰਤਰੀ ਜੋ ਖੇਤੀਬਾੜੀ ਦੇ ਨੇ, ਕੇਂਦਰੀ ਮੰਤਰੀ ਸਿਰਫ ਮੋਹਰ ਲਾਉਂਦੇ ਆ। ਕੇਂਦਰੀ ਮੰਤਰੀ ਨੂੰ ਜੋ ਕਿਹਾ ਜਾਂਦਾ, ਉਹ ਸਿਰਫ ਮੋਹਰਾਂ ਦਾ ਕੰਮ ਕਰਦੇ ਆ। ਜਿਹੜੇ ਵੀ ਮੰਤਰੀ ਆ ਉੱਥੇ 2 ਹੀ ਬੰਦਿਆਂ ਦੀ ਚੱਲਦੀ ਆ, ਉਹ ਆਪਾਂ ਨੂੰ ਪਤਾ। ਜੋ ਪੰਜਾਬ ਸਰਕਾਰ ਨਾਲ ਹੈ, ਹਿਮਾਇਤ ਕਰ ਰਹੀ ਹੈ ਕਿਸਾਨਾਂ ਦੀ ਪੰਜਾਬ ਦੇ ਅੰਦਰ, ਉਹ ਕਿਵੇਂ ਦੇਖਦੇ ਬਾਈ ਜੀ? ਆਏ ਆ ਵੀ ਪੰਜਾਬ ਸਰਕਾਰ ਜੇ ਹਮਾਇਤ ਕਰ ਰਹੀ ਹੈ, ਜੇ ਸੱਚੇ ਮਨੋਂ ਦਿਲੋਂ ਕਰ ਰਹੀ ਹੈ ਤਾਂ ਬਹੁਤ ਵਧੀਆ ਗੱਲ ਆ। ਫਿਰ ਆ ਜਾਣਾ ਇੱਥੇ, CM ਸਾਹਿਬ ਆ ਕੇ ਸਾਡੇ ਨਾਲ ਬੈਠਣ, ਕਹਿਣ ਨਹੀਂ ਮੈਂ ਪੰਜਾਬ 'ਚ ਵੜਨ ਦਿੰਦਾ, ਮੇਰੀ ਸਰਕਾਰ ਆ, ਤੁਸੀਂ ਸਾਡੇ ਕਿਸਾਨਾਂ ਨੂੰ ਤੰਗ ਕਰੋਗੇ, ਮੈਂ ਨਹੀਂ ਵੜਨ ਦਿੰਦਾ। ਇਸ ਚੀਜ਼ ਨੂੰ ਲਾਮਬੰਦ ਕਰਕੇ ਹਰਿਆਣੇ ਤੱਕ ਲੈ ਕੇ ਚੱਲੀਏ, ਰਾਜਸਥਾਨ ਤੱਕ ਲੈ ਕੇ ਚੱਲੀਏ, ਕਿਉਂਕਿ ਸ਼ੋਸ਼ਣ ਹੀ ਹੋਣਾ ਨਾ ਕਿਸਾਨਾਂ ਦਾ, ਵਰਕਰ ਕਲਾਸ ਦਾ, ਡੇਲੀ ਅਰਨਰਸ ਦਾ ਵੀ ਸ਼ੋਸ਼ਣ ਹੀ ਹੋਣਾ, ਐਕਸਪਲੋਇਟ ਕਰਨਾ ਉਹਨਾਂ ਨੂੰ। So we'll have to understand their conspiracy theories, and then accordingly what our strategy should be, how we should be united as one
these things are very important. ਅਕਾਲੀ ਦਲ ਦੀ ਕਾਫੀ ਸਵਾਲ ਹੈ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਜਿਹੜਾ ਹੈ ਉਹ ਲੱਗਦਾ ਹੈ ਕੋਈ ਫਾਇਦਾ ਹੋਏਗਾ ਕਿਸਾਨਾਂ ਨੂੰ ਉਸਦਾ ਜਾਂ ਕੋਈ ਇੰਪੈਕਟ ਨਹੀਂ ਹੋਵੇਗਾ? ਕੋਈ ਫਾਇਦਾ ਨਹੀਂ ਹੋਊਗਾ ਜੀ, ਉਹਨਾਂ ਦੀ ਇੱਕ ਪੋਲੀਟੀਕਲ ਮਜਬੂਰੀ ਆ, ਲੋਕ ਐਂ ਦੇਖਦੇ ਆ ਉਸ ਗੱਲ ਨੂੰ। ਸੋ ਇਸ ਕਰਕੇ ਜੇ ਇਹ ਗੱਲਾਂ ਉਹਨਾਂ ਨੇ ਕਰਨੀਆਂ ਹੁੰਦੀਆਂ ਤਾਂ ਬਹੁਤ ਸਮਾਂ ਪਹਿਲਾਂ ਕਰ ਦੇਣੀਆਂ ਚਾਹੀਦੀਆਂ ਸੀ, ਪਰ ਜੇ ਹੁਣ ਵੀ ਉਹਨਾਂ ਨੇ ਜੇ ਕੋਈ ਇਸ ਗੱਲ 'ਚ ਸੁਧਾਰ ਲਿਆਉਣਾ ਚਾਹੁੰਦੇ ਆ ਤਾਂ ਫਿਰ ਆ ਜਾਣ, ਬਹਿ ਜਾਣ ਕਿਸਾਨਾਂ ਨਾਲ, ਲੋਕਾਂ ਨਾਲ, ਫਿਰ ਦਿਖਾਉਣ ਵੀ ਅਸੀਂ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਆਪਦੇ ਝੰਡੇ ਪਾਸੇ ਰੱਖਣ, ਨਾਰਮਲ ਤੌਰ ਤੇ ਜਿਵੇਂ ਅਸੀਂ ਬੈਠੇ ਆ ਕੇ ਬਹਿ ਜਾਓ। ਧੰਨਵਾਦ, ਬਹੁਤ ਗੱਲ ਕਰਨੀ। ਤੁਸੀਂ ਆਖਿਆ ਕਿ ਦਿੱਲੀ ਆ ਕੇ ਕਿਸਾਨਾਂ ਨਾਲ ਗੱਲ ਕਰੇ, ਕੀ ਕੋਈ ਕੋਰ ਕਮੇਟੀ ਤੁਸੀਂ ਤਿਆਰ ਕੀਤੀ ਹੈ ਜਿਹਦੇ ਨਾਲ ਗੱਲ ਕਰੇ? ਕਿਉਂਕਿ ਇੰਨੇ ਕਿਸਾਨ ਜਥੇਬੰਦੀਆਂ ਇੰਨੇ ਤੇ ਹੈਗੇ ਨੇ, ਗੱਲ ਕਿਹਦੇ ਨਾਲ ਕਰੇ ਆ ਕੇ ਦਿੱਲੀ? ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ, ਗੱਲ ਦਿੱਲੀ ਸੁਨੇਹਾ ਤਾਂ ਭੇਜੇ, ਕੋਰ ਕਮੇਟੀ ਤਾਂ ਅਸੀਂ 5 ਮਿੰਟਾਂ 'ਚ ਤਿਆਰ ਕਰ ਦਾਂਗੇ। ਸਾਨੂੰ ਸੁਨੇਹਾ ਤਾਂ ਭੇਜੇ, ਤੁਹਾਡੇ ਕੋਲੇ ਸੁਨੇਹਾ, ਉਹ ਤਾਂ ਕਾਨੂੰਨ ਬਣਾਤਾ ਉਹਨਾਂ ਨੇ। ਤੁਹਾਨੂੰ ਲੱਗਦਾ ਸੁਨੇਹਾ ਭੇਜ ਰਹੇ ਆ? ਨਹੀਂ ਭੇਜ ਰਹੇ। ਜੇ ਤੁਸੀਂ ਸਾਨੂੰ ਉਹਨਾਂ ਨੂੰ ਕਿਹਦੇ ਨਾਲ ਗੱਲ ਕਰਨੀ ਹੈ ਲੱਭਣਾ ਔਖਾ, ਇਹ ਤਾਂ ਕੋਈ ਔਖਾ ਨਹੀਂ। ਸੋ ਗੱਲ ਇਹ ਆ, ਉਹਨਾਂ ਦੀ ਮਾਨਸਿਕਤਾ ਤੇ ਉਹਨਾਂ ਦਾ ਜਿਹੜਾ ਇਰਾਦਾ ਇਹ ਕੀ ਆ, ਸਾਨੂੰ ਇਹ ਸਮਝਣ ਦੀ ਜ਼ਰੂਰਤ ਆ। ਅੱਜ ਕਿਸਾਨੀ ਲਈ ਇਕੱਠੇ ਹੋਏ ਆ, ਪਰ ਗੱਲ ਪੰਜਾਬ ਦੀ ਹੋਂਦ ਦੀ ਆ। ਸੋ ਜਦੋਂ ਸਾਡੀ ਆਈਡੈਂਟੀਟੀ ਤੇ ਸਾਡੇ ਫਲਸਫੇ ਤੇ ਗੱਲ ਆ ਜੇ, ਇਹ ਤਾਂ ਸਾਰੇ ਜੁੜੇ ਹੋਏ ਮੁੱਦੇ ਆ। ਆਹ ਦੇਖ ਲਓ, ਸਾਡੀ ਐਡਮਿਨਿਸਟ੍ਰੇਸ਼ਨ ਵੀ ਸਾਡੀ ਹੈਲਪ ਕਰੀ ਜਾਂਦੀ ਆ। ਅਸੀਂ ਉਹਨਾਂ ਨੂੰ ਵੀ ਜਾ ਕੇ ਕਿਹਾ, ਪੁਲਿਸ ਵਾਲਿਆਂ ਨੂੰ ਵੀ, ਯਾਰ ਤੁਹਾਡਾ ਪੰਜਾਬ ਨਹੀਂ ਆ, ਤੁਹਾਡੀ ਧਰਤੀ ਨਹੀਂ ਆ, ਤੁਹਾਡੇ ਲੋਕ ਨਹੀਂ ਆ, ਕਹਿੰਦੇ ਹੈਗੇ। ਫਿਰ ਅਸੀਂ ਕਿਹਾ ਆਓ ਨਾਲ ਸਾਡੇ। ਸੋ ਗੱਲ ਆਏ ਆ, ਦਿੱਲੀਏ ਤੇਰੇ ਕੰਮ ਨਕੰਮੇ, ਫੇਰ ਕਹੇਂਗੀ ਖਾੜਕੂ ਜੰਮੇ। ਸਾਨੂੰ ਵਾਇਲੈਂਸ ਵੱਲ ਉਹੀ ਧੱਕਦੀ ਆ, ਹਨਾ, ਤੇ ਇਹ ਗੱਲ ਉੱਥੋਂ ਤੱਕ ਪਹੁੰਚਾਉਣਾ ਹੀ ਪਊਗੀ। ਬਹੁਤ ਬਹੁਤ ਧੰਨਵਾਦ। ਇੱਕ ਜੀ ਹੁਣੀ ਤੁਸੀਂ ਕਿਹਾ ਕਿ ਦਿੱਲੀ ਦੇ ਵਿੱਚ 2 ਹੀ ਬੰਦਿਆਂ ਦੀ ਚੱਲਦੀ ਹੈ, ਤੇ ਪਿੱਛੇ ਜੇ ਤੁਹਾਡੀ ਵੀ ਫੋਟੋ ਵਾਇਰਲ ਹੋਈਆਂ ਸੀ ਉਹਨਾਂ ਨਾਲ, ਹਾਂਜੀ ਸਾਹਮਣੇ ਆਈਆਂ ਸੀਗੀਆਂ, ਹਾਂਜੀ। ਉਸ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਹੋਈਆਂ ਜ਼ਰੂਰ ਸੀ, ਗੱਲ ਆਏ ਆ ਵੀ ਫੋਟੋਆਂ ਤਾਂ ਬਥੇਰਿਆਂ ਨਾਲ ਹੁੰਦੀਆਂ ਆਪਣੀਆਂ, ਹਨਾ, ਪਰ ਸਾਡੀ ਵਿਚਾਰਧਾਰਾ ਕੀ ਆ? 1 ਮਿੰਟ, ਫੋਟੋਆਂ ਦੇ ਬਣਾ ਤੇ ਅਸੀਂ ਜੇ ਇਹ ਤੈਅ ਕਰਨ ਲੱਗ ਜਾਈਏ ਵੀ ਬੰਦੇ ਦਾ ਕਿਰਦਾਰ ਕੀ ਹੋਊਗਾ, ਫਿਰ ਕੋਈ ਬਾਹਲੀ ਵਧੀਆ ਗੱਲ ਨਹੀਂ। ਕਿਰਦਾਰ ਤਾਂ ਸੜਕ ਤੇ ਬੈਠਾ, ਮੈਂ ਪੋਲੀਟੀਕਲ ਕੋਈ ਇਲੈਕਸ਼ਨ ਲੜਨ ਨਹੀਂ ਆਇਆ, ਮੈਨੂੰ ਕੋਈ ਟਿਕਟ ਨਹੀਂ ਚਾਹੀਦੀ ਕਿਸੇ ਪਾਰਟੀ ਤੋਂ, ਮੈਂ ਤਾਂ ਲੋਕਾਂ ਦੀ। ਕਾਫੀ ਟਾਈਮ ਤੇ ਹੁਣ ਤਾਂ ਬੋਲ ਰਿਹਾ ਕਿ ਅੱਗੇ 2000 ਦੀ ਬਾਈ ਇਲੈਕਸ਼ਨ ਆ ਰਹੀ ਹੈ। ਬਾਈ ਜੀ, ਦੀਪ ਸਿੱਧੂ ਨੂੰ ਸਰਕਾਰ ਵੀ ਅੱਜ ਦੀ ਡੇਟ 'ਚ ਕਿਸੇ ਨਾ ਕਿਸੇ ਪਾਸੋਂ ਥ੍ਰੈਟ ਦੇ ਰਹੀ ਆ। ਦੀਪ ਸਿੱਧੂ ਆਪਦੀ ਫਿਲਮ ਅਨਾਉਂਸ ਕਰਨੀ ਚਾਹੁੰਦਾ ਸੀ, ਉਹ ਵੀ ਨਹੀਂ ਕਰ ਰਿਹਾ। ਲੋਕ ਕਹਿਣਗੇ ਤੂੰ ਤਾਂ ਯਾਰ ਫਿਲਮਾਂ ਦੀ ਗੱਲ ਕਰਕੇ ਕਰਦਾ। ਦੀਪ ਸਿੱਧੂ ਇਹ ਵੀ ਕਹਿ ਰਿਹਾ ਇਲੈਕਸ਼ਨ ਨਹੀਂ ਲੜਨੀ ਉਹਨੇ 2022 'ਚ, ਠੀਕ ਆ। ਅਗਲੀ ਗੱਲ, ਦੀਪ ਸਿੱਧੂ ਇਹ ਵੀ ਕਹਿ ਰਿਹਾ ਵੀ ਜਿਨ੍ਹਾਂ ਨਾਲ ਮੇਰੀਆਂ ਫੋਟੋਆਂ ਸੀ ਉਹਨਾਂ ਦੇ ਮੈਂ ਕੰਮ ਵੀ ਦੇਖੇ, ਉਹਨਾਂ ਨੂੰ ਮੈਂ ਉਹਨਾਂ ਦਾ ਕੰਮ ਕਰਨ ਦਾ ਢੰਗ ਵੀ ਦੇਖਿਆ ਤੇ ਆ ਕੇ ਲੋਕਾਂ ਨਾਲ ਖੜਾ। ਹੁਣ ਇਹ ਗੱਲ ਆ, ਦੀਪ ਸਿੱਧੂ ਇਹ ਵੀ ਕਹਿ ਰਿਹਾ ਵੀ ਮੈਨੂੰ ਦੇਸ਼ ਨਿਕਾਲਾ, ਪੰਜਾਬ ਮੇਰਾ ਦੇਸ਼ ਆ, ਪੰਜਾਬ ਨਿਕਾਲਾ ਦੇ ਦਿਓ ਜੇ ਗਦਾਰੀ ਕਰ ਗਿਆ ਤਾਂ। ਮੈਂ ਤਾਂ ਘਰੇ ਕਹਿ ਕੇ ਆਇਆ ਵੀ ਬਾਈ ਜੀ, ਜੇ ਕੁਝ ਵੀ ਹੋ ਸਕਦਾ ਸਿਰ ਦੇਣੇ ਪੈਣ, ਕਿਉਂਕਿ ਜਦੋਂ ਸੰਘਰਸ਼ ਲੜੀਦੇ ਆ ਉਦੋਂ ਮੌਤ ਦਾ ਡਰ ਚੱਕ ਕੇ ਲੜੀਦੇ ਆ, ਠੀਕ ਆ। ਉਦੋਂ ਬਾਅਦ ਆਪੇ ਸਾਂਭ ਲਿਓ, ਆਪੇ ਰੋਟੀ ਪਕਾ ਲਿਓ, ਖਾ ਲਿਓ। ਅਸੀਂ ਤਾਂ ਹੁਣ ਤੁਰ ਪਏ ਆ। ਜਿਹੜੇ ਪੰਜਾਬ ਨਾਲ ਨਹੀਂ ਖੜੇ ਉਹਨਾਂ ਨਾਲ ਨਿੱਜੀ ਸੰਬੰਧ ਵੀ ਸੀ, ਨਿੱਜੀ ਸੰਬੰਧ ਵੀ ਤੋੜੇ ਜਾਣਗੇ? ਬਾਈ ਆਏ ਆ, ਨਿੱਜੀ ਸੰਬੰਧ ਜਿਹੜੇ ਹੁੰਦੇ ਆ ਨਾ, ਮੈਂ ਇੱਕ ਜਜ਼ਬਾਤੀ ਜਿਹਾ ਬੰਦਾ, ਮੈਂ ਤੁਹਾਨੂੰ ਸੱਚੀ ਗੱਲ ਦੱਸਦਾ, ਮੈਂ ਨਹੀਂ ਚਾਹੁੰਦਾ ਵੀ ਕੋਈ ਰਿਲੇਸ਼ਨ ਟੁੱਟਣ, ਨਿੱਜੀ ਸੰਬੰਧ ਜਾਂ ਪਿਆਰ ਸਤਿਕਾਰ ਟੁੱਟੇ, ਪਰ ਟੁੱਟ ਜਾਂਦੇ ਹੁੰਦੇ ਆ, ਟੁੱਟਣੇ ਨਹੀਂ ਚਾਹੀਦੇ। ਉਹ ਬਾਹਲੇ ਸਿਖਾਵੇਂ ਨਹੀਂ ਰਹੇ, ਪਰ ਮੇਰੇ ਲਈ ਉਹਨਾਂ ਦਾ ਪਿਆਰ ਸਤਿਕਾਰ ਮੇਰੇ ਮਨ 'ਚ ਹਮੇਸ਼ਾ ਹੀ ਹੈਗਾ। ਸੋ ਵਿਚਾਰਧਾਰਕ ਵਖਰੇਵੇਂ ਆ, ਉਹਨੂੰ ਸਤਿਕਾਰ ਦੇਣਾ ਚਾਹੀਦਾ ਸਾਨੂੰ ਇੱਕ ਦੂਜਿਆਂ ਨੂੰ। ਬਾਕੀ ਗੱਲਾਂ ਇਹ ਇੱਕ ਪਾਸੜ ਤਾਂ ਹੋ ਨਹੀਂ ਸਕਦੀਆਂ, ਤਾਂ ਦੋਨੇ ਪਾਸਿਆਂ ਦੀ ਗੱਲ ਆ, ਹਨਾ। ਜੇ ਤੁਸੀਂ ਮੇਰੇ ਨਾਲ ਸੰਬੰਧ ਰੱਖਣਾ, ਤੁਹਾਨੂੰ ਵੀ ਵਧੀਆ ਰੱਖਣਾ ਪਊ, ਮੈਨੂੰ ਵੀ ਰੱਖਣਾ ਪਊ।